ਸਤਿ ਸ਼੍ਰੀ ਅਕਾਲ। ਤੁਹਾਡਾ ਸਾਡੇ ਚੈਨਲ ਤੇ ਬਹੁਤ-ਬਹੁਤ ਸਵਾਗਤ ਹੈ। ਅੱਜ ਤੁਹਾਨੂੰ ਅਸੀਂ ਇੱਕ ਅਜਿਹੀ ਸੱਚੀ ਘਟਨਾ ਬਾਰੇ ਜਾਣਕਾਰੀ ਦੇਣਾ ਚਾਹੁੰਦੇ ਹਾਂ ਜੋ ਕਿ ਕੋਈ ਬਣਾਈ ਹੋਈ ਗੱਲ ਨਹੀਂ ਹੈ। ਇਹ ਇੱਕ ਸੱਚੀ ਘਟਨਾ ਹੈ। ਦੋ ਆਦਮੀ ਹੁੰਦੇ ਹੈ ਜਿਹੜੇ ਕਿ ਦੁਨੀਆ ਦੇ ਸਭ ਤੋਂ ਵੱਡੇ ਮਹਾਸਾਗਰ ਪ੍ਰਸ਼ਾਂਤ ਮਹਾਸਾਗਰ ਵਿੱਚ ਜਾਂਦੇ ਹੈ, ਮੱਛੀਆਂ ਫੜਨ ਲਈ ਜਾਂਦੇ ਹੈ। ਵੈਸੇ ਤਾਂ ਉਹ ਅਕਸਰ ਮੱਛੀਆਂ ਫੜਨ ਲਈ ਜਾਇਆ ਹੀ ਕਰਦੇ ਸੀ ਕਿਉਂਕਿ ਇਹ ਉਹਨਾਂ ਦਾ ਇੱਕ ਧੰਦਾ ਹੀ ਹੁੰਦਾ ਹੈ। ਪਰ ਉਸ ਦਿਨ ਉਹਨਾਂ ਨਾਲ ਇੱਕ ਅਜਿਹੀ ਘਟਨਾ ਵਾਪਰੀ ਜਿਸ ਦੀ ਉਹਨਾਂ ਨੇ ਕਦੇ ਕਲਪਨਾ ਵੀ ਨਹੀਂ ਕੀਤੀ ਹੋਵੇਗੀ। ਇਸ ਕਹਾਣੀ ਨੂੰ ਜਾਣ ਕੇ ਤੁਹਾਡੇ ਵੀ ਰੌਂਗਟੇ ਖੜੇ ਹੋ ਜਾਣਗੇ। ਇਹ ਕਹਾਣੀ ਹੈ ਜੋ ਸਲਵੈਂਡਰ ਐਲਵੇਰੰਗਾ ਦੀ, ਜੋ ਕਿ ਇੱਕ ਮਛੁਆਰਾ ਸੀ। ਉਹ ਅਕਸਰ ਸਮੁੰਦਰਾਂ ਵਿੱਚੋਂ ਮੱਛੀਆਂ ਫੜਨ ਲਈ ਜਾਇਆ ਕਰਦਾ ਸੀ ਕਿਉਂਕਿ ਇਹ ਉਹਦਾ ਕਿੱਤਾ ਸੀ। ਇਸ ਤੋਂ ਹੀ ਉਸਦੀ ਆਮਦਨ ਹੁੰਦੀ ਸੀ। ਇਹ ਗੱਲ ਹੈ 17 ਨਵੰਬਰ 2012 ਦੀ। ਇਹ ਉਹ ਦਿਨ ਤੇ ਤਰੀਕ ਹੈ ਜਦੋਂ ਐਲਵੇਰੰਗਾ ਆਪਣੇ ਮੈਕਸੀਕੋ ਦੇ ਛੋਟੇ ਜਿਹੇ ਪਿੰਡ ਤੋਂ ਨਿਕਲਿਆ ਤੇ ਗਹਿਰੇ ਸਮੁੰਦਰ ਵਿੱਚ ਮਛਲੀਆਂ ਫੜਨ ਲਈ ਗਿਆ। ਜਿਸ ਮਹਾਸਾਗਰ ਵਿੱਚ ਉਹ ਮੱਛੀਆਂ ਫੜਨ ਲਈ ਗਿਆ ਸੀ, ਉਹ ਮਹਾਸਾਗਰ ਦੁਨੀਆ ਦਾ ਸਭ ਤੋਂ ਵੱਡਾ ਮਹਾਸਾਗਰ ਹੈ, ਜਿਸ ਦਾ ਨਾਂ ਹੈ ਪੈਸੀਫਿਕ ਓਸ਼ਨ, ਜਿਸ ਨੂੰ ਕਿ ਆਪਾਂ ਪੰਜਾਬੀ ਵਿੱਚ ਪ੍ਰਸ਼ਾਂਤ ਮਹਾਸਾਗਰ ਕਹਿੰਦੇ ਹਾਂ। ਤੇ ਇਹ ਮਹਾਸਾਗਰ ਇੰਨਾ ਵੱਡਾ ਹੈ ਕਿ ਜੇਕਰ ਅਸੀਂ ਜਿੰਨੀ ਇਸ ਧਰਤੀ 'ਤੇ ਜ਼ਮੀਨ, ਰੇਗਿਸਤਾਨ, ਨਦੀਆਂ, ਤਲਾਬ, ਝਰਨੇ ਜਿੰਨੇ ਵੀ ਹਨ, ਜੇ ਇਹਨਾਂ ਸਾਰਿਆਂ ਨੂੰ ਮਿਲਾ ਵੀ ਦਈਏ ਤਾਂ ਵੀ ਇਹ ਇਸ ਮਹਾਸਾਗਰ ਦੀ ਬਰਾਬਰੀ ਨਹੀਂ ਕਰ ਸਕਦੇ। ਐਲਵੇਰੰਗਾ ਉਸ ਮਹਾਸਾਗਰ ਵਿੱਚ ਮੱਛੀਆਂ ਫੜਨ ਲਈ ਇਕੱਲੇ ਨਹੀਂ ਜਾਇਆ ਕਰਦਾ ਸੀ, ਬਲਕਿ ਉਸਦੇ ਨਾਲ ਉਸਦਾ ਇੱਕ ਦੋਸਤ ਵੀ ਜਾਇਆ ਕਰਦਾ ਸੀ। ਉਸ ਦਿਨ ਉਸਦੇ ਉਸ ਦੋਸਤ ਨੂੰ ਕੋਈ ਕੰਮ ਹੋ ਗਿਆ ਤਾਂ ਉਸਦੇ ਦੋਸਤ ਨੇ ਉਸਨੂੰ ਕਿਹਾ ਕਿ ਆਪਾਂ ਕੁਝ ਦਿਨ ਰੁਕ ਕੇ ਮੱਛੀਆਂ ਫੜਨ ਲਈ ਜਾਵਾਂਗੇ। ਪਰ ਐਲਵੇਰੰਗਾ ਕੋਲ ਆਮਦਨੀ ਦਾ ਕੋਈ ਹੋਰ ਸਾਧਨ ਨਾ ਹੋਣ ਕਰਕੇ ਉਹ ਇੰਨਾ ਇੰਤਜ਼ਾਰ ਨਹੀਂ ਕਰ ਸਕਿਆ। ਇਸ ਕਰਕੇ ਉਸਨੇ ਆਪਣੇ ਇਸ ਇੱਕ ਹੋਰ ਦੋਸਤ ਨੂੰ ਰਾਜ਼ੀ ਕਰ ਲਿਆ। ਪਰ ਉਸਦੇ ਉਸ ਦੋਸਤ ਦੀ ਉਮਰ ਸਿਰਫ 20 ਸਾਲ ਸੀ। ਉਸਨੂੰ ਕੋਈ ਐਕਸਪੀਰੀਅੰਸ ਵੀ ਨਹੀਂ ਸੀ। ਪਰ ਐਲਵੇਰੰਗਾ ਕੋਲ ਚੰਗਾ ਐਕਸਪੀਰੀਅੰਸ ਸੀ ਕਿਉਂਕਿ ਉਹ 15 ਸਾਲ ਤੋਂ ਮੱਛੀਆਂ ਫੜਨ ਦਾ ਕੰਮ ਕਰ ਰਿਹਾ ਸੀ। ਆਖਿਰ ਪਹਿਲਾਂ ਤੋਂ ਹੀ ਤੈਅ ਕੀਤੇ ਹੋਏ ਦਿਨ 17 ਨਵੰਬਰ 2012 ਦੇ ਦਿਨ ਨੂੰ ਐਲਵੇਰੰਗਾ ਤੇ ਉਸਦਾ ਦੋਸਤ ਕਾਰਡੋਬਾ, ਜਿਸ ਦੀ ਉਮਰ ਸਿਰਫ 20 ਸਾਲ ਸੀ ਤੇ ਉਹ ਇੱਕ ਨਵਾਂ ਮਛੁਆਰਾ ਸੀ ਤੇ ਅਜੇ ਮੱਛੀਆਂ ਫੜਨਾ ਸਿੱਖ ਹੀ ਰਿਹਾ ਸੀ, ਉਹ ਦੋਨੋਂ ਕਿਸ਼ਤੀ ਰਾਹੀਂ ਪ੍ਰਸ਼ਾਂਤ ਮਹਾਸਾਗਰ ਵਿੱਚ ਮੱਛੀਆਂ ਫੜਨ ਲਈ ਚਲੇ ਗਏ। ਉਹਨਾਂ ਨੇ ਇਹ ਪਲਾਨ ਬਣਾਇਆ ਸੀ ਕਿ ਉਹ 30 ਘੰਟੇ ਤੱਕ ਮੱਛੀਆਂ ਫੜਨਗੇ ਤੇ ਉਸ ਦੇ ਹਿਸਾਬ ਨਾਲ ਉਹ ਆਪਣੇ ਨਾਲ ਖਾਣਾ ਤੇ ਪਾਣੀ ਵੀ ਲੈ ਕੇ ਗਏ ਸਨ ਤਾਂ ਕਿ ਜੇ ਰਸਤੇ ਵਿੱਚ ਭੁੱਖ ਲੱਗੇ ਤਾਂ ਉਹ ਖਾ ਸਕਦੇ ਸਨ। ਪਰ ਉਹਨਾਂ ਦੀ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਥੋੜੀ ਦੇਰ ਤੱਕ ਤਾਂ ਸਭ ਕੁਝ ਠੀਕ ਠਾਕ ਸੀ, ਪਰ ਅਚਾਨਕ ਸਮੁੰਦਰ ਵਿੱਚ ਇੱਕ ਬਹੁਤ ਹੀ ਖਤਰਨਾਕ ਤੂਫਾਨ ਆ ਗਿਆ। ਸ਼ੁਰੂਆਤ ਵਿੱਚ ਹਲਕੀ ਹਵਾ ਚੱਲ ਰਹੀ ਸੀ ਤੇ ਹਲਕੀ ਬਾਰਿਸ਼ ਵੀ ਹੋ ਰਹੀ ਸੀ। ਪਰ ਇਹ ਗੱਲ ਆਮ ਸੀ ਕਿਉਂਕਿ ਸਮੁੰਦਰਾਂ ਵਿੱਚ ਇਹ ਬਾਰਿਸ਼ ਹੁੰਦੀ ਹੀ ਰਹਿੰਦੀ ਹੈ, ਇਸ ਲਈ ਉਹ ਅੱਗੇ ਵੱਧਦੇ ਗਏ। ਐਲਵੇਰੰਗਾ ਨੂੰ 15 ਸਾਲ ਦਾ ਐਕਸਪੀਰੀਅੰਸ ਸੀ। ਉਸਨੇ ਸੋਚਿਆ ਕਿ ਇਹ ਹਵਾ ਤਾਂ ਸਮੁੰਦਰਾਂ ਵਿੱਚ ਅਕਸਰ ਚੱਲਦੀਆਂ ਹੀ ਰਹਿੰਦੀਆਂ ਹਨ ਤੇ ਬਾਰਿਸ਼ ਵੀ ਹੁੰਦੀ ਰਹਿੰਦੀ ਹੈ। ਪਰ ਉਹਨਾਂ ਨੂੰ ਨਹੀਂ ਪਤਾ ਸੀ ਕਿ ਅੱਗੇ ਚੱਲ ਕੇ ਉਹਨਾਂ ਲਈ ਇਹ ਰਿਸਕ ਕਿੰਨਾ ਭਾਰੀ ਪਵੇਗਾ। ਪਰ ਉਹਨਾਂ ਨੇ ਇਹ ਸਭ ਕੁਝ ਨਜ਼ਰਅੰਦਾਜ਼ ਕੀਤਾ ਤੇ ਆਪਣੀ ਚਾਲ ਚੱਲਦੇ ਰਹੇ। ਇਸੇ ਤਰ੍ਹਾਂ ਟਾਈਮ ਚੱਲਦਾ ਗਿਆ ਤੇ ਉਹਨਾਂ ਨੇ ਬਹੁਤ ਸਾਰੀਆਂ ਮੱਛੀਆਂ ਵੀ ਫੜ ਲਈਆਂ। ਪਰ ਅਚਾਨਕ ਸਮੁੰਦਰ ਵਿੱਚ ਹਵਾਵਾਂ ਦੀ ਰਫ਼ਤਾਰ ਬਹੁਤ ਜ਼ਿਆਦਾ ਤੇਜ਼ ਹੋ ਗਈ ਤੇ ਲਹਿਰਾਂ ਵੀ ਉੱਠਣ ਲੱਗੀਆਂ। ਐਲਵੇਰੰਗਾ ਸਮਝ ਗਿਆ ਕਿ ਇੱਥੇ ਬਹੁਤ ਜ਼ਿਆਦਾ ਖਤਰਨਾਕ ਤੂਫਾਨ ਆਉਣ ਵਾਲਾ ਹੈ। ਇਸ ਲਈ ਉਹਨਾਂ ਨੇ ਆਪਣੀ ਕਿਸ਼ਤੀ ਮੁੜ ਤੋਂ ਉਸੇ ਪਾਸੇ ਮੋੜਨੀ ਸ਼ੁਰੂ ਕਰ ਦਿੱਤੀ ਜਿੱਥੋਂ ਉਹ ਆਏ ਸੀ। ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ। ਉਹ ਦੋਨੋਂ ਉਸ ਭਿਆਨਕ ਤੂਫਾਨ ਦਾ ਸ਼ਿਕਾਰ ਹੋ ਚੁੱਕੇ ਸਨ। ਐਲਵੇਰੰਗਾ ਨੇ ਆਪਣੀ ਪੂਰੀ ਸਪੀਡ ਨਾਲ ਕਿਸ਼ਤੀ ਨੂੰ ਭਜਾਇਆ। ਉਸ ਭਾਰੀ ਤੂਫਾਨ ਤੋਂ ਬਚਦੇ ਹੋਏ ਜਿਵੇਂ ਤਿਵੇਂ ਕਰਕੇ ਉਹ ਆਪਣੀ ਮੰਜ਼ਿਲ ਤੇ ਪਹੁੰਚਣ ਹੀ ਵਾਲੇ ਸੀ ਕਿ ਉਹਨਾਂ ਦੀ ਕਿਸ਼ਤੀ 'ਚੋਂ ਫਿਊਲ ਖਤਮ ਹੋ ਗਿਆ ਤੇ ਨਾ ਹੀ ਉਹਨਾਂ ਕੋਲ ਕਿਸ਼ਤੀ ਨੂੰ ਚਲਾਉਣ ਲਈ ਕੋਈ ਚੱਕੂ ਸੀ। ਸਮੁੰਦਰ ਵਿੱਚ ਜਦੋਂ ਲਹਿਰਾਂ ਉੱਠਣ ਲੱਗੀਆਂ ਤਾਂ ਉਹਨਾਂ ਲਹਿਰਾਂ ਨੇ ਉਹਨਾਂ ਦੀ ਕਿਸ਼ਤੀ ਦੀ ਦਿਸ਼ਾ ਮੋੜ ਦਿੱਤੀ ਤੇ ਉਹਨਾਂ ਨੂੰ ਸਮੁੰਦਰ ਵਿੱਚ ਫਿਰ ਤੋਂ ਧਕੇਲ ਦਿੱਤਾ। ਜਿਹੜੇ ਪਾਸੇ ਤੋਂ ਲਹਿਰਾਂ ਆਉਂਦੀਆਂ ਉੱਧਰ ਹੀ ਉਹਨਾਂ ਦੀ ਕਿਸ਼ਤੀ ਚਲੀ ਜਾਂਦੀ। ਉਹਨਾਂ ਕੋਲ ਕੋਈ ਚਾਰਾ ਨਹੀਂ ਸੀ, ਬਸ ਉਹਨਾਂ ਕੋਲ ਇੱਕ ਆਖਰੀ ਉਮੀਦ ਬਚੀ ਹੋਈ ਸੀ, ਜੋ ਕਿ ਸੀ ਉਹਨਾਂ ਦਾ ਰੇਡੀਓ, ਜਿਸ ਨਾਲ ਉਹ ਆਪਣੀ ਟੀਮ ਨਾਲ ਕੰਟੈਕਟ ਕਰ ਸਕਦੇ ਸੀ। ਇੱਕ ਖਾਸ ਪ੍ਰਕਾਰ ਦਾ ਰੇਡੀਓ ਹੁੰਦਾ ਹੈ ਜੋ ਕਿ ਸਮੁੰਦਰਾਂ ਅਤੇ ਮਹਾਸਾਗਰਾਂ ਵਿੱਚ ਵਰਤਿਆ ਜਾਂਦਾ ਹੈ, ਜਿਸ ਨਾਲ ਬਾਕੀ ਕਿਸ਼ਤੀਆਂ ਨਾਲ ਵੀ ਰੇਡੀਓ ਰਾਹੀਂ ਕਿਸੇ ਮੁਸੀਬਤ ਸਮੇਂ ਸੰਪਰਕ ਸਥਾਪਿਤ ਕੀਤਾ ਜਾ ਸਕਦਾ ਹੈ। ਪਰ ਉਹਨਾਂ ਨੂੰ ਕੋਈ ਰਿਸਪੌਂਸ ਨਹੀਂ ਸੀ ਮਿਲਿਆ ਤੇ ਵੇਟ ਕਰਦੇ ਉਹਨਾਂ ਦੇ ਰੇਡੀਓ ਦੀ ਬੈਟਰੀ ਵੀ ਖਤਮ ਹੋ ਜਾਂਦੀ ਹੈ। ਇਸ ਦੇ ਨਾਲ ਹੀ ਉਹਨਾਂ ਦੇ ਬਚਣ ਦੀ ਇਹ ਆਖਰੀ ਉਮੀਦ ਵੀ ਖਤਮ ਹੋ ਜਾਂਦੀ ਹੈ। ਉਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਉਹਨਾਂ ਦੀ ਕਿਸ਼ਤੀ ਸਮੁੰਦਰ ਦੀ ਕਿਸ ਦਿਸ਼ਾ ਵਿੱਚ ਹੈ ਤੇ ਉਹ ਕਿੱਥੇ ਹੈ ਤੇ ਇਸ ਨਾਲ ਉਹ ਬਹੁਤ ਪਰੇਸ਼ਾਨ ਹੋ ਚੁੱਕੇ ਸਨ ਤੇ ਐਡੇ ਵੱਡੇ ਸਮੁੰਦਰ ਵਿੱਚ ਇੱਕ ਛੋਟੀ ਜਿਹੀ ਕਿਸ਼ਤੀ ਨੂੰ ਭਾਲਣਾ ਤੇ ਦੇਖ ਪਾਉਣਾ ਨਾਮੁਮਕਿਨ ਹੈ।
ਤੇ ਇੱਕ ਹੋਰ ਬੁਰੀ ਗੱਲ ਉਹਨਾਂ ਨਾਲ ਇਹ ਹੋਈ ਕਿ ਜੋ ਭੋਜਨ ਤੇ ਪਾਣੀ ਜਿਹੜਾ ਕਿ ਉਹ ਆਪਣੇ ਨਾਲ ਲੈ ਕੇ ਆਏ ਸੀ ਤੇ ਜੋ ਵੀ ਮਛਲੀਆਂ ਉਹਨਾਂ ਨੇ ਹੁਣ ਤੱਕ ਫੜੀਆਂ ਸਨ ਉਹਨਾਂ ਨੂੰ ਵੀ ਸਮੁੰਦਰ ਵਿੱਚ ਸੁੱਟ ਦਿੱਤਾ ਸੀ। ਜਦੋਂ ਉਹ ਆਪਣੀ ਕਿਸ਼ਤੀ ਨੂੰ ਵਾਪਸ ਲਿਜਾਣ ਦੀ ਕੋਸ਼ਿਸ਼ ਕਰ ਰਹੇ ਸੀ ਤਾਂ ਕਿ ਕਿਸ਼ਤੀ ਹਲਕੀ ਹੋ ਕੇ ਜਲਦੀ ਭੱਜ ਸਕੇ ਤੇ ਉਹ ਉੱਥੋਂ ਬਚ ਸਕਣ, ਪਰ ਹੁਣ ਉਹਨਾਂ ਕੋਲ ਖਾਣ ਪੀਣ ਲਈ ਕੁਝ ਵੀ ਨਹੀਂ ਸੀ। ਭੁੱਖ ਨਾਲ ਉਹਨਾਂ ਦਾ ਬੁਰਾ ਹਾਲ ਹੋ ਚੁੱਕਿਆ ਸੀ। ਜਿਉਂਦੇ ਰਹਿਣ ਲਈ ਉਹਨਾਂ ਨੂੰ ਉਹ ਸਭ ਵੀ ਕਰਨਾ ਪਿਆ ਜੋ ਕਿ ਉਹ ਕਦੇ ਸੋਚ ਵੀ ਨਹੀਂ ਸਨ ਸਕਦੇ। ਆਪਣੀ ਭੁੱਖ ਨੂੰ ਮਿਟਾਉਣ ਵਾਸਤੇ ਉਹਨਾਂ ਨੇ ਆਪਣੇ ਹੱਥਾਂ ਨਾਲ ਸਮੁੰਦਰੀ ਜਾਨਵਰਾਂ ਨੂੰ ਪਕੜਿਆ ਤੇ ਉਹਨਾਂ ਅਜੀਬ ਜਾਨਵਰਾਂ ਨੂੰ ਉਹਨਾਂ ਨੂੰ ਕੱਚਾ ਹੀ ਖਾਣਾ ਪਿਆ ਤੇ ਆਪਣੀ ਪਿਆਸ ਨੂੰ ਬੁਝਾਉਣ ਵਾਸਤੇ ਉਹ ਬਾਰਿਸ਼ ਦਾ ਪਾਣੀ ਪੀਂਦੇ ਸਨ। ਜਦੋਂ ਬਾਰਿਸ਼ ਬਹੁਤ ਸਮੇਂ ਤੱਕ ਨਹੀਂ ਸੀ ਪੈਂਦੀ ਤਾਂ ਤੁਸੀਂ ਯਕੀਨ ਨਹੀਂ ਕਰੋਗੇ, ਉਹਨਾਂ ਨੇ ਜਾਨਵਰਾਂ ਦਾ ਖੂਨ ਕੱਢ ਕੇ ਪੀਤਾ ਅਤੇ ਆਪਣਾ ਪਿਸ਼ਾਬ ਪੀ ਕੇ ਆਪਣੀ ਪਿਆਸ ਬੁਝਾਈ। ਉਹ ਇੰਨਾ ਮਾਨਸਿਕ ਰੂਪ ਤੋਂ ਪਰੇਸ਼ਾਨ ਹੋ ਚੁੱਕੇ ਸਨ ਕਿਉਂਕਿ ਉਹਨਾਂ ਨੂੰ ਆਪਣੀ ਮੌਤ ਨੇੜੇ ਲੱਗ ਰਹੀ ਸੀ ਤੇ ਉਹ ਦਿਨ ਬੋ ਦਿਨ ਕਮਜ਼ੋਰ ਹੁੰਦੇ ਜਾਂਦੇ ਸਨ ਤੇ ਉਹਨਾਂ ਕੋਲ ਕੋਈ ਉਮੀਦ ਨਹੀਂ ਬਚੀ ਸੀ। ਇਸ ਤਰ੍ਹਾਂ ਕਰਦੇ ਹੋਏ 4 ਮਹੀਨੇ ਬੀਤ ਗਏ ਤੇ ਉਹ ਆਪਣੇ ਇਸ ਤਰ੍ਹਾਂ ਸਟਰਗਲ ਕਰਦੇ ਹੀ ਚੱਲਦੇ ਰਹੇ ਤੇ ਉਹ ਹਮੇਸ਼ਾ ਪ੍ਰਮਾਤਮਾ ਨੂੰ ਇਹੀ ਅਰਦਾਸ ਕਰਦੇ ਰਹੇ ਕਿ ਕੋਈ ਆਵੇ ਤੇ ਉਹਨਾਂ ਨੂੰ ਇੱਥੋਂ ਕੱਢ ਕੇ ਲੈ ਜਾਵੇ। ਕਾਡੋਬਾ ਨੇ ਅਲਵਰੰਗਾ ਨੂੰ ਕਿਹਾ ਕਿ ਹੁਣ ਉਹਨਾਂ ਦੇ ਬਚਣ ਦੀ ਕੋਈ ਉਮੀਦ ਨਹੀਂ ਹੈ। ਉਸਨੇ ਅਲਵਰੰਗਾ ਨੂੰ ਕਿਹਾ ਕਿ ਜੇਕਰ ਮੈਂ ਮਰ ਗਿਆ ਤਾਂ ਮੇਰੀ ਮਾਂ ਕੋਲੇ ਜਾਈਂ ਤਾਂ ਉਸਨੂੰ ਕਹਿ ਦੇਂ ਕਿ ਮੈਂ ਉਸਨੂੰ ਬਹੁਤ ਪਿਆਰ ਕਰਦਾ ਹਾਂ, ਕਿਉਂਕਿ ਉਹ ਘਰੋਂ ਉਸਦੇ ਨਾਲ ਲੜ ਕੇ ਆਇਆ ਸੀ ਕਿਉਂਕਿ ਉਸਦੀ ਮਾਂ ਨੇ ਦੂਜਾ ਵਿਆਹ ਕਰਵਾ ਲਿਆ ਸੀ। ਇਸ ਕਰਕੇ ਉਸ ਨਾਲ ਨਾਰਾਜ਼ ਸੀ, ਪਰ ਉਸਨੇ ਅਲਵਰੰਗਾ ਨੂੰ ਕਿਹਾ ਕਿ ਉਸਦੀ ਮਾਂ ਨੂੰ ਜ਼ਰੂਰ ਦੱਸੇ ਕਿ ਉਹ ਉਸ ਨਾਲ ਬਹੁਤ ਪਿਆਰ ਕਰਦਾ ਹੈ। ਇਸੇ ਤਰ੍ਹਾਂ ਅਲਵਰੰਗਾ ਨੇ ਵੀ ਉਸਨੂੰ ਕਿਹਾ ਕਿ ਜੇਕਰ ਉਹ ਮਰ ਗਿਆ ਤੇ ਉਹ ਬਚ ਗਿਆ ਤਾਂ ਉਹ ਵੀ ਉਸਦੀ ਮਾਂ ਕੋਲ ਜਾਵੇ ਤੇ ਉਸਨੂੰ ਉਸਦਾ ਇਹ ਸੰਦੇਸ਼ ਦੇਵੇ ਕਿ ਉਹ ਵੀ ਉਸਨੂੰ ਬਹੁਤ ਪਿਆਰ ਕਰਦਾ ਹੈ। ਤੇ ਇਸੇ ਤਰ੍ਹਾਂ ਦਿਨ ਬੀਤਦੇ ਗਏ ਤੇ ਇੱਕ ਦਿਨ ਅਲਵਰੰਗਾ ਦੇ ਦੋਸਤ ਕਾਡੋਬਾ ਦੀ ਮੌਤ ਹੋ ਜਾਂਦੀ ਹੈ, ਪਰ ਅਲਵਰੰਗਾ ਨੂੰ ਲੱਗਦਾ ਹੈ ਕਿ ਉਹ ਸਿਰਫ ਬੇਹੋਸ਼ ਹੀ ਹੋਇਆ ਹੈ। ਇਹ ਸਮਝ ਕੇ 4 ਦਿਨ ਤੱਕ ਉਹ ਉਸਦੀ ਲਾਸ਼ ਨਾਲ ਹੀ ਗੱਲਾਂ ਕਰਦਾ ਰਿਹਾ ਤੇ ਉਸਨੂੰ ਹਿੰਮਤ ਦਿੰਦਾ ਰਿਹਾ ਕਿ ਉਹ ਫਿਕਰ ਨਾ ਕਰੇ, ਉਹ ਇੱਕ ਦਿਨ ਇੱਥੋਂ ਜ਼ਰੂਰ ਨਿਕਲ ਜਾਣਗੇ। ਪਰ 4 ਦਿਨਾਂ ਬਾਅਦ ਉਸਨੂੰ ਇਹ ਮਹਿਸੂਸ ਹੋਇਆ ਕਿ ਕਾਡੋਬਾ ਤਾਂ ਮਰ ਚੁੱਕਿਆ ਹੈ, ਤਾਂ ਉਸਨੇ ਇਹ ਵੀ ਮਹਿਸੂਸ ਕੀਤਾ ਕਿ ਇਸੇ ਤਰ੍ਹਾਂ ਜੇਕਰ ਉਹ ਵੀ ਐਂ ਕਰਦਾ ਰਿਹਾ ਤਾਂ ਇੱਕ ਦਿਨ ਉਸਦੀ ਵੀ ਮੌਤ ਹੋ ਜਾਵੇਗੀ। ਇਹ ਸੋਚ ਕੇ ਉਸਨੇ ਕਾਡੋਬਾ ਦੀ ਲਾਸ਼ ਨੂੰ ਸਮੁੰਦਰ ਵਿੱਚ ਸੁੱਟ ਦਿੱਤਾ ਤੇ ਆਪਣੇ ਆਪ ਨੂੰ ਹੋਰ ਹਿੰਮਤ ਦਿੱਤੀ ਕਿ ਉਹ ਇੱਥੋਂ ਜ਼ਰੂਰ ਨਿਕਲ ਜਾਏਗਾ। ਤੇ ਹੁਣ ਅਲਵਰੰਗਾ ਇਕੱਲਾ ਰਹਿ ਗਿਆ ਸੀ। ਉਸ ਨਾਲ ਗੱਲਾਂ ਕਰਨ ਤੇ ਦੁੱਖ ਵੰਡਾਉਣ ਵਾਲਾ ਕੋਈ ਵੀ ਨਹੀਂ ਸੀ ਰਿਹਾ ਤੇ ਉਹ ਇਕੱਲਾ ਹੀ ਸੰਘਰਸ਼ ਕਰ ਰਿਹਾ ਸੀ। ਉਸ ਲਈ ਇੱਕ ਦਿਨ ਕੱਟਣਾ ਬਹੁਤ ਮੁਸ਼ਕਿਲ ਹੋ ਗਿਆ ਸੀ। ਇੱਕ ਜਗ੍ਹਾ ਤੇ ਬੈਠੇ ਬੈਠੇ ਉਸਦਾ ਸਰੀਰ ਵੀ ਕਮਜ਼ੋਰ ਹੋ ਗਿਆ ਸੀ। ਤੁਸੀਂ ਖੁਦ ਸੋਚੋ ਕਿ ਇੱਕ ਇਨਸਾਨ ਇੰਨੇ ਮਹੀਨੇ ਸਿਰਫ ਬੈਠੇ ਹੀ ਕਿਵੇਂ ਕੱਟ ਸਕਦਾ ਹੈ। ਅਲਵਰੰਗਾ ਹਰ ਸਮੇਂ ਇਹੀ ਸੋਚਦਾ ਰਹਿੰਦਾ ਹੈ ਕਿ ਕੋਈ ਆਵੇ ਤੇ ਉਸਨੂੰ ਬਚਾ ਕੇ ਲੈ ਜਾਵੇ, ਪਰ ਅਫਸੋਸ ਉੱਥੇ ਕੋਈ ਵੀ ਨਹੀਂ ਆਇਆ। ਇਸ ਤਰ੍ਹਾਂ ਕਰਦੇ ਕਰਦੇ 6 ਮਹੀਨੇ ਗੁਜ਼ਰ ਗਏ। ਅਲਵਰੰਗਾ ਸਮੁੰਦਰ ਦੇ ਬਿਲਕੁਲ ਵਿਚਾਲੇ ਪਹੁੰਚ ਗਿਆ ਤੇ ਉਸਦੀ ਕਿਸ਼ਤੀ ਚੱਲਦੀ ਰਹੀ। ਉਸਨੂੰ ਕੁਝ ਵੀ ਨਹੀਂ ਸੀ ਪਤਾ ਕਿ ਉਹ ਕਿੱਥੇ ਹੈ ਤੇ ਕਦੋਂ ਉਸ ਨਾਲ ਕੀ ਹੋ ਜਾਵੇ। ਤੁਸੀਂ ਖੁਦ ਸੋਚੋ, ਇੱਕ ਇਨਸਾਨ ਸਮੁੰਦਰ ਦੇ ਵਿਚਾਲੇ ਤੇ ਉਸਦੇ ਆਸ-ਪਾਸ ਸਿਰਫ ਪਾਣੀ ਹੀ ਪਾਣੀ, ਨਾ ਉਸ ਨਾਲ ਕੋਈ ਗੱਲਬਾਤ ਕਰਨ ਵਾਲਾ। ਇਸ ਤਰ੍ਹਾਂ ਤਾਂ ਕੋਈ ਵੀ ਪਾਗਲ ਹੋ ਸਕਦਾ ਹੈ। ਅਲਵਰੰਗਾ ਰਾਤ ਨੂੰ ਤਾਰਿਆਂ ਦੇ ਨਾਲ ਗੱਲਾਂ ਕਰਦਾ ਹੈ ਤੇ ਆਪਣੇ ਆਪ ਨੂੰ ਹੌਸਲਾ ਦਿੰਦਾ ਹੈ ਕਿ ਉਹ ਇੱਕ ਦਿਨ ਇੱਥੋਂ ਜ਼ਰੂਰ ਬਚ ਨਿਕਲੇਗਾ। ਇਸੇ ਤਰ੍ਹਾਂ ਦਿਨ ਬੀਤਦੇ ਗਏ ਤੇ ਹੌਲੀ-ਹੌਲੀ ਅਲਵਰੰਗਾ ਦੀ ਵੀ ਉਮੀਦ ਟੁੱਟਣ ਲੱਗੀ। ਪਰ ਇੱਕ ਦਿਨ ਉਸਨੂੰ ਇੱਕ ਵੱਡੀ ਸ਼ਿਪ ਦਿਖਾਈ ਦਿੱਤੀ। ਇਹ ਦੇਖ ਕੇ ਉਸਦੇ ਅੰਦਰ ਇੱਕ ਨਵੀਂ ਉਮੀਦ ਜਾਗ ਪਈ ਤੇ ਉਹ ਉੱਠ ਕੇ ਚਲਾਉਣ ਲੱਗਿਆ ਤੇ ਬਚਾਓ ਕਰਨ ਲੱਗਿਆ। ਪਰ ਸ਼ਿਪ ਵਾਲਿਆਂ ਨੂੰ ਉਸਦੀ ਇਹ ਛੋਟੀ ਜਿਹੀ ਕਿਸ਼ਤੀ ਨਾ ਦਿਖਾਈ ਦਿੱਤੀ ਤੇ ਉਸ ਕੋਲ ਖੜਕਾ ਕਰਨ ਲਈ ਕੋਈ ਫਲੇਅਰ ਗਨ ਵੀ ਨਹੀਂ ਸੀ, ਪਰ ਉਹ ਫਿਰ ਵੀ ਬਚਾ ਲਈ ਚਲਾਉਂਦਾ ਰਿਹਾ। ਪਰ ਸ਼ਿਪ ਵਾਲਿਆਂ ਨੂੰ ਨਾ ਤਾਂ ਉਹ ਦਿਖਾਈ ਦਿੱਤਾ ਤੇ ਨਾ ਹੀ ਉਸਦੀ ਕਿਸ਼ਤੀ ਦਿਖਾਈ ਦਿੱਤੀ। ਇਸੇ ਤਰ੍ਹਾਂ 6 ਮਹੀਨਿਆਂ ਬਾਅਦ ਮਿਲੀ ਇਹ ਉਮੀਦ ਵੀ ਖਤਮ ਹੋ ਗਈ। ਅਲਵਰੰਗਾ ਮਰਿਆ ਤਾਂ ਨਹੀਂ ਸੀ, ਪਰ ਉਸਦੀ ਹਾਲਤ ਮਰਿਆ ਨਾਲੋਂ ਵੀ ਭੈੜੀ ਹੋ ਚੁੱਕੀ ਸੀ ਤੇ ਉਹ 400 ਦਿਨਾਂ ਤੱਕ ਸਮੁੰਦਰ ਵਿੱਚ ਐਵੇਂ ਹੀ ਭਟਕਦਾ ਰਿਹਾ। ਤੇ ਇੱਕ ਦਿਨ ਫਿਰ ਉਸਨੂੰ ਅਸਮਾਨ ਵਿੱਚ ਕੁਝ ਬਗਲੇ ਉੱਡਦੇ ਦਿਖਾਈ ਦਿੱਤੇ ਤੇ ਅਲਵਰੰਗਾ ਸਮਝ ਗਿਆ ਕਿ ਇੱਥੇ ਨੇੜੇ ਤੇੜੇ ਜ਼ਮੀਨ ਜ਼ਰੂਰ ਹੈ, ਕਿਉਂਕਿ ਪੰਛੀ ਉੱਥੇ ਹੀ ਹੁੰਦੇ ਆ ਜਿੱਥੇ ਜ਼ਮੀਨ ਹੁੰਦੀ ਹੈ। ਤੇ ਇਹ ਦੇਖ ਕੇ ਉਸਦੇ ਅੰਦਰ ਉਮੀਦ ਦੀ ਇੱਕ ਨਵੀਂ ਕਿਰਨ ਦੌੜ ਗਈ ਤੇ ਉਹ ਖੁਸ਼ੀ ਨਾਲ ਝੂਮ ਉੱਠਿਆ ਤੇ ਕੁਝ ਦੂਰੀ ਬਾਅਦ ਉਸਨੂੰ ਇੱਕ ਆਈਲੈਂਡ ਦਿਖਾਈ ਦਿੱਤਾ। ਜਿਵੇਂ ਹੀ ਉਸਦੀ ਨਜ਼ਰ ਉਸ ਆਈਲੈਂਡ ਤੇ ਪਹੁੰਚੀ ਤਾਂ ਸਮਝੋ ਮੁਰਦੇ ਦੀ ਜਾਨ ਵਿੱਚ ਜਾਨ ਆ ਗਈ। ਉਹ ਆਈਲੈਂਡ ਉਸ ਤੋਂ 10 ਜਾਂ 15 ਕਿਲੋਮੀਟਰ ਦੀ ਦੂਰੀ ਤੇ ਸੀ। ਉਸਨੇ ਆਪਣੀ ਪੂਰੀ ਜਾਨ ਲਗਾ ਦਿੱਤੀ ਤੇ ਕਿਸ਼ਤੀ ਨੂੰ ਉਸ ਆਈਲੈਂਡ ਦੀ ਤਰਫ ਲਿਜਾਣ ਲੱਗਾ ਤੇ ਪਰ ਉਸਦੇ ਅੰਦਰ ਸਰੀਰ ਬਹੁਤ ਕਮਜ਼ੋਰ ਹੋ ਗਿਆ ਸੀ ਤੇ ਇਸ ਕਾਰਨ ਉਸਦੇ ਅੰਦਰ ਇੰਨੀ ਜਾਨ ਨਹੀਂ ਸੀ, ਪਰ ਫਿਰ ਵੀ ਉਸਨੇ ਹਿੰਮਤ ਨਹੀਂ ਹਾਰੀ। ਇਹ ਤਾਂ ਰੱਬ ਦਾ ਸ਼ੁਕਰ ਸੀ ਕਿ ਉਸਨੂੰ ਉਹ ਆਈਲੈਂਡ ਦਿਖ ਗਿਆ, ਨਹੀਂ ਤਾਂ ਇਸ ਤੋਂ ਅਗਲਾ ਜੋ ਆਈਲੈਂਡ ਸੀ ਉਹ ਉਸ ਤੋਂ 5000 ਕਿਲੋਮੀਟਰ ਦੀ ਦੂਰੀ ਤੇ ਸੀ। ਉਹ ਜਿਵੇਂ ਹੀ ਆਈਲੈਂਡ ਤੇ ਪਹੁੰਚਿਆ ਤਾਂ 438 ਦਿਨਾਂ ਬਾਅਦ ਉਸਨੇ ਪਹਿਲੀ ਵਾਰ ਜ਼ਮੀਨ ਤੇ ਆਪਣੇ ਪੈਰ ਲਗਾਏ, ਪਰ ਇੰਨੇ ਦਿਨਾਂ ਤੱਕ ਇੱਕ ਜਗ੍ਹਾ ਤੇ ਬੈਠਣ ਨਾਲ ਉਹ ਚੱਲ ਫਿਰ ਨਹੀਂ ਸੀ ਪਾ ਰਿਹਾ। ਉਸਦੀ ਲੱਤਾਂ ਵਿੱਚ ਕੋਈ ਜਾਨ ਨਹੀਂ ਸੀ ਤੇ ਉਹ ਘਿਸਰਦਾ ਹੋਇਆ ਥੋੜਾ ਅੱਗੇ ਵਧਿਆ
ਉਸਨੂੰ ਉਸ ਸਮੁੰਦਰ ਤੋਂ ਬਹੁਤ ਨਫ਼ਰਤ ਹੋ ਗਈ ਸੀ। ਫਿਰ ਉਸਨੇ ਇੱਕ ਵਾਰ ਵੀ ਪਿੱਛੇ ਮੁੜ ਕੇ ਨਾ ਦੇਖਿਆ ਤੇ ਉਹ ਕਿਨਾਰੇ ਜਾ ਕੇ ਬੇਹੋਸ਼ ਹੋ ਗਿਆ। ਉਸੇ ਆਈਲੈਂਡ ਤੇ ਇੱਕ ਪਤੀ ਤੇ ਪਤਨੀ ਸੈਰ ਕਰ ਰਹੇ ਸੀ। ਜਦੋਂ ਹੀ ਉਹਨਾਂ ਦੀ ਨਜ਼ਰ ਐਲਵਰੰਗਾ ਤੇ ਪਈ ਤਾਂ ਉਹ ਐਲਵਰੰਗਾ ਦੇ ਕੋਲ ਗਏ ਤਾਂ ਉਸਨੂੰ ਜਦੋਂ ਉਹਨਾਂ ਨੇ ਸਿੱਧਾ ਕਰਕੇ ਦੇਖਿਆ ਤਾਂ ਉਹ ਇੱਕਦਮ ਡਰ ਗਏ, ਕਿਉਂਕਿ ਐਲਵਰੰਗਾ ਦੀ ਹਾਲਤ ਬਹੁਤ ਡਰਾਵਨੀ ਹੋ ਚੁੱਕੀ ਸੀ। ਉਸਦੇ ਵਾਲ ਬਹੁਤ ਵਧੇ ਪਏ ਸਨ ਤੇ ਉਸਦੀ ਚਮੜੀ ਤੇ ਕੋਈ ਮਾਸ ਨਹੀਂ ਸੀ। ਜਦੋਂ ਹੀ ਐਲਵਰੰਗਾ ਨੂੰ ਹੋਸ਼ ਆਇਆ ਤਾਂ ਉਸਨੇ ਉਸ ਪਤੀ ਪਤਨੀ ਵੱਲ ਦੇਖਿਆ ਤੇ ਉਹ ਜ਼ੋਰ ਦੀ ਹੱਸਣ ਲੱਗਿਆ ਤੇ ਬੋਲਣ ਲੱਗਿਆ। ਹਾਲਾਂਕਿ ਉਹ ਇੱਕ ਦੂਜੇ ਦੀ ਭਾਸ਼ਾ ਨਹੀਂ ਸਮਝ ਸਕਦੇ ਸਨ, ਕਿਉਂਕਿ ਐਲਵਰੰਗਾ ਕਿਸੇ ਹੋਰ ਦੇਸ਼ ਵਿੱਚ ਪਹੁੰਚ ਗਿਆ ਸੀ, ਪਰ ਫਿਰ ਵੀ ਉਹ ਹੱਸਦਾ ਰਿਹਾ। ਤੇ ਉਸਨੇ ਬਾਅਦ ਵਿੱਚ ਦੱਸਿਆ ਕਿ ਉਸਨੂੰ ਇੰਨੀ ਖੁਸ਼ੀ ਇਸ ਲਈ ਹੋਈ ਸੀ ਕਿਉਂਕਿ ਉਸਨੇ 438 ਦਿਨਾਂ ਬਾਅਦ ਪਹਿਲੀ ਵਾਰ ਕੋਈ ਇਨਸਾਨ ਦੇਖਿਆ ਸੀ ਤੇ ਇਸ ਲਈ ਬਹੁਤ ਖੁਸ਼ ਸੀ। ਤੇ ਫਿਰ ਉਹਨਾਂ ਨੇ ਉੱਥੋਂ ਇੱਕ ਗਾਰਡ ਨੂੰ ਬੁਲਾਇਆ ਤੇ ਫਿਰ ਗਾਰਡ ਨੇ ਆਪਣੀ ਟੀਮ ਨਾਲ ਕੰਟੈਕਟ ਕੀਤਾ ਤੇ ਐਲਵਰੰਗਾ ਨੂੰ ਉੱਥੋਂ ਚੁੱਕ ਕੇ ਲੈ ਗਏ। ਤੇ ਫਿਰ ਕਾਫੀ ਸਮੇਂ ਤੱਕ ਐਲਵਰੰਗਾ ਦਾ ਉੱਥੇ ਹੀ ਇਲਾਜ ਕੀਤਾ ਗਿਆ ਤੇ ਉਸਦੇ ਇਲਾਜ ਹੋਣ ਤੋਂ ਬਾਅਦ ਉਸਨੂੰ ਉਸਦੇ ਦੇਸ਼ ਵਾਪਸ ਮੈਕਸੀਕੋ ਭੇਜ ਦਿੱਤਾ ਗਿਆ। ਜਦੋਂ ਉਹ ਆਪਣੇ ਦੇਸ਼ ਵਾਪਸ ਮੈਕਸੀਕੋ ਗਿਆ ਤਾਂ ਸਾਰੇ ਉਸਨੂੰ ਦੇਖ ਕੇ ਹੈਰਾਨ ਹੋ ਗਏ ਤੇ ਸਭ ਤੋਂ ਜ਼ਿਆਦਾ ਖੁਸ਼ੀ ਉਸਦੇ ਮਾਤਾ ਪਿਤਾ ਨੂੰ ਹੋ ਰਹੀ ਸੀ। ਕਿਸੇ ਨੂੰ ਵਿਸ਼ਵਾਸ ਨਹੀਂ ਸੀ ਹੋ ਰਿਹਾ ਕਿਉਂਕਿ ਸਾਰਿਆਂ ਨੂੰ ਯਕੀਨ ਹੋ ਚੁੱਕਿਆ ਸੀ ਕਿ ਉਹ ਮਰ ਚੁੱਕਾ ਹੈ। ਸਭ ਤੋਂ ਜ਼ਿਆਦਾ ਖੁਸ਼ੀ ਉਸਦੇ ਮਾਤਾ ਪਿਤਾ ਤੇ ਉਸਦੀ ਇੱਕ 14 ਸਾਲ ਦੀ ਬੱਚੀ ਫਾਤਿਮਾ ਨੂੰ ਹੋਈ। ਤੇ ਫਿਰ ਕੁਝ ਦਿਨਾਂ ਬਾਅਦ ਐਲਵਰੰਗਾ ਕਾਰਡੋਬਾ ਦੇ ਘਰ ਗਿਆ ਤੇ ਉਸਨੇ ਕਾਰਡੋਬਾ ਦੀ ਮਾਂ ਨੂੰ ਕਾਰਡੋਬਾ ਦੇ ਸਾਰੇ ਸੰਦੇਸ਼ ਦਿੱਤੇ। ਇਹ ਸੁਣ ਕੇ ਕਾਰਡੋਬਾ ਦੀ ਮਾਂ ਫੁੱਟ-ਫੁੱਟ ਕੇ ਰੋਣ ਲੱਗੀ ਤੇ ਕੁਝ ਸਮਾਂ ਉੱਥੇ ਬਿਤਾਉਣ ਤੋਂ ਬਾਅਦ ਉਹ ਵਾਪਸ ਆਪਣੇ ਘਰ ਆ ਗਿਆ। ਭਾਵੇਂ ਕਿ ਐਲਵਰੰਗਾ ਹੁਣ ਠੀਕ ਹੋ ਚੁੱਕਿਆ ਸੀ, ਪਰ ਡਾਕਟਰਾਂ ਨੇ ਉਸਦੇ ਪਰਿਵਾਰ ਨੂੰ ਦੱਸਿਆ ਕਿ ਐਲਵਰੰਗਾ ਦੀ ਮਾਨਸਿਕ ਹਾਲਤ ਠੀਕ ਨਹੀਂ ਹੈ। ਉਸਦੇ ਅੰਦਰ ਇੱਕ ਪੱਕਾ ਡਰ ਬੈਠ ਗਿਆ ਹੈ। ਇਸ ਲਈ ਉਸਨੇ ਉਹਨਾਂ ਨੂੰ ਕਿਹਾ ਕਿ ਉਸਨੂੰ ਕਦੇ ਵੀ ਇਕੱਲਾ ਨਾ ਛੱਡਿਓ। ਤੇ ਉਸ ਦਿਨ ਤੋਂ ਬਾਅਦ ਐਲਵਰੰਗਾ ਕਦੇ ਵੀ ਮੱਛੀਆਂ ਫੜਨ ਲਈ ਨਹੀਂ ਗਿਆ ਤੇ ਨਾ ਹੀ ਉਹ ਪਾਣੀ ਦੇ ਕੋਲ ਗਿਆ, ਕਿਉਂਕਿ ਉਸਨੂੰ ਪਾਣੀ ਨੂੰ ਦੇਖ ਕੇ ਬਹੁਤ ਡਰ ਲੱਗਦਾ ਹੈ ਤੇ ਨਾ ਹੀ ਉਹ ਅੰਧੇਰੇ ਵਿੱਚ ਸੌਂਦਾ ਹੈ। ਉਹ ਜਦੋਂ ਵੀ ਸੌਂਦਾ ਹੈ ਤਾਂ ਉਹ ਲਾਈਟ ਔਨ ਕਰਕੇ ਸੌਂਦਾ ਹੈ ਤੇ ਅੱਜ ਤੱਕ ਉਹ ਕਦੇ ਵੀ ਇਕੱਲਾ ਨਹੀਂ ਰਿਹਾ। ਇਹ ਕਹਾਣੀ ਸਾਨੂੰ ਐਲਵਰੰਗਾ ਦੀ ਹਿੰਮਤ, ਹੌਸਲੇ ਤੇ ਉਮੀਦ ਨੂੰ ਦਰਸਾਉਂਦੀ ਹੈ ਕਿ ਜੇਕਰ ਕੋਈ ਇਨਸਾਨ ਉਮੀਦ ਨਾ ਛੱਡੇ ਤਾਂ ਇੱਕ ਨਾ ਇੱਕ ਦਿਨ ਉਸਨੂੰ ਕਾਮਯਾਬੀ ਜ਼ਰੂਰ ਮਿਲਦੀ ਹੈ। ਇਹ ਐਲਵਰੰਗਾ ਦੇ ਜਿਉਣ ਦੀ ਇੱਛਾ ਹੀ ਸੀ ਜਿਸ ਨੇ ਉਸਨੂੰ ਮਰ ਨਹੀਂ ਦਿੱਤਾ ਤੇ ਆਖਿਰ ਉਹ ਰੱਬ ਦੀ ਮਿਹਰ ਨਾਲ ਬਾਹਰ ਨਿਕਲ ਗਿਆ ਤੇ ਅੱਜ ਉਹ ਆਪਣੀ ਚੰਗੀ ਜ਼ਿੰਦਗੀ ਜਿਉ ਰਿਹਾ ਹੈ। ਇਹ ਸੀ ਅੱਜ ਦੀ ਕਹਾਣੀ। ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਇਸ ਨੂੰ ਲਾਈਕ, ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਤੇ ਅੱਗੋਂ ਇਹੋ ਜਿਹੀਆਂ ਹੋਰ ਕਹਾਣੀਆਂ ਸੁਣਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ। ਧੰਨਵਾਦ।